ਪਿਆਰੇ ਬੱਚਿਓ, ਮੈਂ ਤੁਹਾਡਾ ਪੰਜਾਬੀ ਦਾ ਅਧਿਆਪਕ ਜਸਮੀਤ ਸਿੰਘ ਬੈਣੀਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੈਲਾਂਵਾਲੀ, ਜ਼ਿਲ੍ਹਾ ਮਾਨਸਾ। ਬੱਚਿਓ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਆਪਾਂ ਪੰਜਾਬੀ ਵਿਆਕਰਨ ਵਿੱਚੋਂ ਇੱਕ ਪਾਠ ਕਰਿਆ ਸੀ, ਜਿਸ ਦਾ ਨਾਮ ਸੀ ਕਾਲ ਕਿਸ ਨੂੰ ਕਹਿੰਦੇ ਹਨ ਅਤੇ ਉਸ ਦੀਆਂ ਕਿਸਮਾਂ। ਅੱਜ ਆਪਾਂ ਪੰਜਾਬੀ ਵਿਆਕਰਨ ਵਿੱਚੋਂ ਅਗਲਾ ਪਾਠ ਕਿਰਿਆ ਕਿਸ ਨੂੰ ਕਹਿੰਦੇ ਹਨ ਅਤੇ ਉਸ ਦੀਆਂ ਕਿਸਮਾਂ ਕਰਾਂਗੇ। ਪਰ ਅੱਜ ਦਾ ਪਾਠ ਕਰਨ ਤੋਂ ਪਹਿਲਾਂ ਆਪਾਂ ਕੱਲ੍ਹ ਵਾਲੇ ਪਾਠ ਦੇ ਕੁਝ ਪ੍ਰਸ਼ਨ ਉੱਤਰਾਂ ਦੀ ਦੁਹਰਾਈ ਕਰਦੇ ਹਾਂ। ਕਾਲ ਕਿਸ ਨੂੰ ਕਹਿੰਦੇ ਹਨ ਅਤੇ ਉਸ ਦੀਆਂ ਕਿਸਮਾਂ। ਕਾਲ ਦਾ ਅਰਥ ਹੈ ਸਮਾਂ। ਸਮੇਂ ਦੇ ਭੇਦ ਕਰਕੇ ਕਿਰਿਆ ਜੋ ਵੱਖ-ਵੱਖ ਰੂਪ ਧਾਰਦੀ ਹੈ, ਉਹਨਾਂ ਨੂੰ ਕਿਰਿਆ ਦੇ ਕਾਲ ਕਿਹਾ ਜਾਂਦਾ ਹੈ। ਕਾਲ 3 ਪ੍ਰਕਾਰ ਦਾ ਹੁੰਦਾ ਹੈ: ਵਰਤਮਾਨ ਕਾਲ, ਭੂਤ ਕਾਲ ਅਤੇ ਭਵਿੱਖ ਕਾਲ। ਜੋ ਸਮਾਂ ਚੱਲ ਰਿਹਾ ਹੈ ਉਸ ਨੂੰ ਵਰਤਮਾਨ ਕਾਲ ਕਿਹਾ ਜਾਂਦਾ ਹੈ। ਜੋ ਸਮਾਂ ਲੰਘ ਚੁੱਕਾ ਹੈ ਉਸ ਨੂੰ ਭੂਤ ਕਾਲ ਕਿਹਾ ਜਾਂਦਾ ਹੈ। ਜੋ ਸਮਾਂ ਆਵੇਗਾ ਉਸ ਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ। ਵਰਤਮਾਨ ਕਾਲ ਅੱਗੇ 6 ਪ੍ਰਕਾਰ ਦਾ ਹੁੰਦਾ ਹੈ, ਭੂਤ ਕਾਲ ਅੱਗੇ 5 ਪ੍ਰਕਾਰ ਦਾ ਹੁੰਦਾ ਹੈ ਅਤੇ ਭਵਿੱਖ ਕਾਲ ਅੱਗੇ 4 ਪ੍ਰਕਾਰ ਦਾ ਹੁੰਦਾ ਹੈ। ਸੋ ਬੱਚਿਓ, ਕੱਲ੍ਹ ਵਾਲੇ ਪਾਠ ਦੇ ਪ੍ਰਸ਼ਨ ਉੱਤਰ ਆਪਾਂ ਕਰ ਲਏ ਹਨ। ਜਿਵੇਂ ਕਿ ਕੱਲ੍ਹ ਵਾਲੇ ਪਾਠ ਵਿੱਚ ਵੀ ਤੁਹਾਨੂੰ ਪਤਾ ਹੀ ਲੱਗਿਆ ਹੈ ਕਿ ਅੱਜ ਵਾਲੇ ਪਾਠ ਦਾ ਨਾਮ ਆਇਆ ਸੀ ਸਮੇਂ ਦੇ ਭੇਦ ਕਰਕੇ ਕਿਰਿਆ ਜੋ ਵੱਖ-ਵੱਖ ਰੂਪ ਧਾਰਦੀ ਹੈ, ਉਹਨਾਂ ਨੂੰ ਕਿਰਿਆ ਦੇ ਕਾਲ ਕਿਹਾ ਜਾਂਦਾ ਹੈ। ਸੋ ਉਸੇ ਤਰੀਕੇ ਰਾਹੀਂ ਅੱਜ ਵਾਲੇ ਪਾਠ ਦਾ ਸੰਬੰਧ ਵੀ ਕੱਲ੍ਹ ਵਾਲੇ ਪਾਠ ਨਾਲ ਹੈ। ਕਿਰਿਆ ਕਿਸ ਨੂੰ ਕਹਿੰਦੇ ਹਨ ਅਤੇ ਉਸ ਦੀਆਂ ਕਿਸਮਾਂ। ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਕਾਲ ਸਹਿਤ ਪ੍ਰਗਟ ਕਰਨ, ਉਹਨਾਂ ਨੂੰ ਕਿਰਿਆ ਆਖਿਆ ਜਾਂਦਾ ਹੈ ਜਾਂ ਉਹ ਸ਼ਬਦ ਕਿਰਿਆ ਅਖਵਾਉਂਦੇ ਹਨ। ਭਾਵ ਇਸ ਦੀ ਪਰਿਭਾਸ਼ਾ ਵਿੱਚ ਵੀ ਉਸ ਦੀ ਪਰਿਭਾਸ਼ਾ ਵਾਂਗ ਉਸ ਪਾਠ ਦਾ ਨਾਮ ਹੈ ਕੱਲ੍ਹ ਵਾਲੇ ਪਾਠ ਦਾ ਕਾਲ ਦਾ। ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਕਾਲ ਸਹਿਤ ਪ੍ਰਗਟ ਕਰਨ, ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਬਲਵਿੰਦਰ ਗਿਆ, ਹਰਦੀਪ ਖੇਡਦੀ ਹੈ, ਸੰਦੀਪ ਤੇ ਸਾਥੀ ਗਾਉਂਦੇ ਹਨ। ਇਹਨਾਂ ਵਾਕਾਂ ਵਿੱਚ ਗਿਆ ਹੈ, ਖੇਡਦੀ ਹੈ, ਗਾਉਂਦੇ ਹਨ ਸ਼ਬਦ ਕਿਰਿਆ ਹਨ। ਕਿਰਿਆ ਸ਼ਬਦਾਂ ਦੀ ਵੰਡ 4 ਢੰਗਾਂ ਨਾਲ ਕੀਤੀ ਜਾ ਸਕਦੀ ਹੈ। ਪਹਿਲੀ ਪ੍ਰਕਾਰ ਵੰਡ। ਇਸ ਦੇ 2 ਭਾਗ ਹੁੰਦੇ ਹਨ: ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਅਕਰਮਕ ਕਿਰਿਆ ਜਿਸ ਕਿਰਿਆ ਦੇ ਨਾਲ ਕਰਮ ਦੀ ਲੋੜ ਨਾ ਹੋਵੇ, ਉਹ ਅਕਰਮਕ ਕਿਰਿਆ ਹੁੰਦੀ ਹੈ। ਜਿਵੇਂ ਹਵਾ ਚੱਲਦੀ ਹੈ। ਉਦਾਹਰਨ ਦੂਜੀ, ਘਾਹ ਉੱਗਦਾ ਹੈ। ਇਹਨਾਂ ਵਾਕਾਂ ਵਿੱਚ ਕਰਤਾ ਤੇ ਕਿਰਿਆ ਵੀ ਹੈ ਪਰ ਕਰਮ ਨਹੀਂ ਹੈ, ਇਸ ਕਰਕੇ ਇਹਨਾਂ ਦੀਆਂ ਕਿਰਿਆਵਾਂ ਅਕਰਮਕ ਹਨ। ਦੂਸਰਾ, ਸਕਰਮਕ ਕਿਰਿਆ। ਸਕਰਮਕ ਕਿਰਿਆ ਉਹ ਹੁੰਦੀ ਹੈ ਜਿਸ ਨੂੰ ਕਰਮ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਹਰੀ ਸਿੰਘ ਨਲੂਏ ਨੇ ਘੋੜਾ ਦਰਿਆ ਵਿੱਚ ਠੇਲ ਦਿੱਤਾ। ਉਦਾਹਰਨ ਦੂਜੀ, ਅਕਾਲੀ ਫੂਲਾ ਸਿੰਘ ਨੇ ਅਰਦਾਸਾ ਸੋਧਿਆ। ਪਹਿਲੇ ਵਾਕ ਵਿੱਚ ਘੋੜਾ ਅਤੇ ਦੂਜੇ ਵਾਕ ਵਿੱਚ ਅਰਦਾਸਾ ਸ਼ਬਦ ਕਰਮ ਹਨ, ਇਸ ਕਰਕੇ ਇਹਨਾਂ ਦੀਆਂ ਕਿਰਿਆਵਾਂ ਸਕਰਮਕ ਹਨ। ਸੋ ਇਹ ਸਨ ਪਹਿਲੀ ਪ੍ਰਕਾਰ ਵੰਡ ਦੇ ਦੋਨੇ ਭਾਗ, ਅਕਰਮਕ ਕਿਰਿਆ ਅਤੇ ਸਕਰਮਕ ਕਿਰਿਆ। ਹੁਣ ਆਪਾਂ ਦੂਜੀ ਪ੍ਰਕਾਰ ਵੰਡ ਕਰਦੇ ਹਾਂ। ਦੂਜੀ ਪ੍ਰਕਾਰ ਵੰਡ ਅਨੁਸਾਰ ਕਿਰਿਆ 3 ਪ੍ਰਕਾਰ ਦੀ ਹੁੰਦੀ ਹੈ: ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਅਤੇ ਦੂਰੀ ਪ੍ਰੇਰਨਾਰਥਕ ਕਿਰਿਆ। ਸਧਾਰਨ ਕਿਰਿਆ। ਸਧਾਰਨ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਹ ਕਿਰਿਆ ਸਧਾਰਨ ਕਿਰਿਆ ਅਖਵਾਉਂਦੀ ਹੈ। ਦਾਰੇ ਨੂੰ ਰੋਹ ਚੜ੍ਹ ਗਿਆ। ਦੂਸਰੀ ਉਦਾਹਰਨ, ਦੋਵੇਂ ਜਾਣੇ ਦੱਬੇ ਪੈਰੀ ਚੱਲ ਪਏ। ਪਹਿਲੇ ਵਾਕ ਵਿੱਚ ਚੜ੍ਹ ਗਿਆ ਅਤੇ ਦੂਸਰੇ ਵਾਕ ਵਿੱਚ ਚੱਲ ਪਏ। ਸਧਾਰਨ ਕਿਰਿਆ ਹੈ। ਅਗਲੀ, ਪ੍ਰੇਰਨਾ ਅਰਥਕ ਕਿਰਿਆ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ, ਸਗੋਂ ਉਹ ਕਿਰਿਆ ਕਿਸੇ ਹੋਰ ਪਾਸੋਂ ਕਰਵਾਈ ਗਈ ਹੈ, ਉਸ ਨੂੰ ਪ੍ਰੇਰਨਾ ਅਰਥਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਮਾਲਕ ਨੂੰ ਆਖ ਦਿਆਂਗਾ ਕਿ ਇਹ ਮੈਨੂੰ ਸੱਦ ਕੇ ਇੱਥੇ ਲਿਆਉਂਦਾ ਹੁੰਦਾ ਸੀ। ਇਸ ਵਾਕ ਵਿੱਚ ਲਿਆਉਂਦਾ ਸ਼ਬਦ ਪ੍ਰੇਰਨਾ ਅਰਥਕ ਕਿਰਿਆ ਹੈ। ਅਗਲਾ, ਦੂਰੀ ਪ੍ਰੇਰਨਾ ਅਰਥਕ ਕਿਰਿਆ। ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਕਿਰਿਆ ਕਿਸੇ ਤੀਜੇ ਵਿਅਕਤੀ ਤੋਂ ਕਰਵਾਉਣ ਲਈ ਕਹਿੰਦਾ ਹੈ, ਉਸ ਨੂੰ ਕਿਰਿਆ ਦੀ ਦੂਰੀ ਪ੍ਰੇਰਨਾ ਅਰਥਕ ਕਿਰਿਆ ਕਿਹਾ ਜਾਂਦਾ ਹੈ।
ਪਿਤਾ ਜੀ, ਮੈਂ ਇੰਨੇ ਚੰਗੇ ਨੰਬਰਾਂ ਵਿੱਚ 8ਵੀਂ ਪਾਸ ਕੀਤੀ ਹੈ, ਹੁਣ ਮੈਨੂੰ ਨਵਾਂ ਸਾਈਕਲ ਲੈ ਦਿਓ। ਇਸ ਵਾਕ ਵਿੱਚ ਲੈ ਦਿਓ ਦੂਹਰੀ ਪ੍ਰੇਰਨਾ ਅਰਥਕ ਕਿਰਿਆ ਹੈ। ਸੋ ਇਹ ਸੀ ਕਿਰਿਆ ਦੀ ਦੂਜੀ ਪ੍ਰਕਾਰ ਵੰਡ। ਹੁਣ ਆਪਾਂ ਕਿਰਿਆ ਦੀ ਤੀਜੀ ਪ੍ਰਕਾਰ ਵੰਡ ਕਰਦੇ ਹਾਂ। ਤੀਜੀ ਪ੍ਰਕਾਰ ਵੰਡ ਅਨੁਸਾਰ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ, ਇਕਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ। ਇਕਹਿਰੀ ਕਿਰਿਆ, ਜਦੋਂ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਤਾਂ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਦੁਕਾਨਾਂ ਅੱਗੇ ਗੱਡੀਆਂ ਖੜਾਉਣ ਲਈ ਖੁੱਲ੍ਹੀਆਂ ਥਾਵਾਂ ਹਨ। ਇਸ ਵਾਕ ਵਿੱਚ ਥਾਵਾਂ ਹਨ ਸ਼ਬਦ ਇਕਹਿਰੀ ਕਿਰਿਆ ਹੈ। ਦੂਸਰਾ ਸੰਯੁਕਤ ਕਿਰਿਆ, ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਯੋਗ ਤੋਂ ਬਣੇ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਪੰਜਾਬ ਯੂਨੀਵਰਸਿਟੀ ਪੂਰੇ 2 ਸੈਕਟਰਾਂ ਵਿੱਚ ਫੈਲੀ ਹੋਈ ਹੈ। ਇਸ ਵਾਕ ਵਿੱਚ ਫੈਲੀ ਹੋਈ ਹੈ ਸ਼ਬਦ ਸੰਯੁਕਤ ਕਿਰਿਆ ਹੈ। ਸੋ ਇਹ ਸੀ ਕਿਰਿਆ ਦੀ ਤੀਜੀ ਪ੍ਰਕਾਰ ਵੰਡ। ਹੁਣ ਆਪਾਂ ਕਿਰਿਆ ਦੀ ਚੌਥੀ ਪ੍ਰਕਾਰ ਵੰਡ ਕਰਦੇ ਹਾਂ। ਚੌਥੀ ਪ੍ਰਕਾਰ ਵੰਡ ਅਨੁਸਾਰ ਕਿਰਿਆ ਇਸ ਪ੍ਰਕਾਰ ਹੁੰਦੀ ਹੈ। ਪਹਿਲਾ ਮੂਲ ਕਿਰਿਆ, ਜਿਵੇਂ ਪੜ੍ਹ ਲਿਖ ਖਾ। ਦੂਸਰਾ ਭਾਗ ਸਹਾਇਕ ਕਿਰਿਆ, ਜਿਵੇਂ ਇਹ ਹਨ, ਹਾਂ ਸੀ, ਸਨ ਆਦਿ। ਤੀਸਰਾ ਸੰਸਰਗੀ ਕਿਰਿਆ, ਇਸ ਵਾਕ ਦੇ ਅੰਤ ਵਿੱਚ ਸਹਾਇਕ ਕਿਰਿਆ ਇਕੱਲੀ ਆਵੇ ਤਾਂ ਉਸ ਨੂੰ ਸੰਸਰਗੀ ਕਿਰਿਆ ਕਹਿੰਦੇ ਹਨ। ਸੋ ਇਹ ਸੀ ਬੱਚਿਓ ਆਪਣੀ ਕਿਰਿਆ, ਤੇ ਇਸ ਤੋਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਵਾਕ ਵਿੱਚ ਕਿਸੇ ਕੰਮ ਦਾ ਕਰਨਾ, ਵਾਪਰਨਾ ਜਾਂ ਹੋਣਾ ਕਾਲ ਸਹਿਤ ਪ੍ਰਗਟ ਹੋਵੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅੱਜ ਇਸ ਤੋਂ ਬਾਅਦ ਆਪਾਂ ਕੱਲ੍ਹ ਨੂੰ ਆਪਣੀ ਪੰਜਾਬੀ ਵਿਆਕਰਨ